ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦ ਟਾਈਮ ਟੀਵੀ ਇੰਡੀਆ। ਮੈਂ ਹਾਂ ਅਮਰਦੀਪ ਸਿੰਘ ਮੱਲੀ। ਅੱਜ ਅਸੀਂ ਪਹੁੰਚੇ ਹਾਂ ਜੀ ਖਾਲਸਾ ਕਾਲਜ, ਜਿੱਥੇ ਕਿ ਇੱਕ ਪੁਸਤਕ ਮੇਲਾ ਲੱਗਣ ਜਾ ਰਿਹਾ ਹੈ, ਜੋ 5 ਤਰੀਕ ਤੋਂ ਲੱਗ ਕੇ 13 ਤਰੀਕ ਤੱਕ ਜਾਏਗਾ। ਤੇ ਅੱਜ ਆਪਾਂ ਉਹਨਾਂ ਅਧਿਆਪਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਉਹ ਕਿ ਕਿਸ ਤਰ੍ਹਾਂ ਉਹ ਪੁਸਤਕ ਮੇਲਾ ਜੋ ਚਾਲੂ ਹੋਏਗਾ, ਕਿੰਨੀ ਤੋਂ ਕਿੰਨੀ ਤਰੀਕ ਤੱਕ ਰਹੇਗਾ ਤੇ ਕਿਹੜੀਆਂ-ਕਿਹੜੀਆਂ ਪੁਸਤਕਾਂ ਉਹਦੇ ਵਿੱਚ ਹੋਣਗੀਆਂ। ਆਓ ਤੁਹਾਨੂੰ ਦਿਖਾਉਂਦੇ ਹਾਂ ਕੁਝ ਤਸਵੀਰਾਂ। ਦਰਸ਼ਨ ਕਰਨਾ ਇਹ ਸੀਗਾ ਕਿ ਜੋ ਪੁਸਤਕ ਮੇਲਾ ਇੱਥੇ ਲੱਗਦਾ ਹੈ, ਤੁਸੀਂ ਸਭ ਜਾਣਦੇ ਹੋ, ਔਰ ਉਹ ਪੁਸਤਕ ਮੇਲਾ 5 ਤਰੀਕ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਗਵਰਨਰ ਪੰਜਾਬ ਮਹਾਮਹਿਮ ਰੋਹਿਤ ਜੀ ਸਾਡੇ ਵਿੱਚ ਪਧਾਰਨਗੇ ਉਸ ਦਿਨ, ਔਰ ਉਹਨਾਂ ਦੇ ਘਰ ਕਮਲਾਂ ਨਾਲ ਹੀ ਇਸ ਮੇਲੇ ਦੀ ਸ਼ੁਰੂਆਤ ਹੋਣੀ ਹੈ। ਇਹ ਸਿਰਫ ਪੁਸਤਕ ਮੇਲਾ ਹੀ ਨਹੀਂ ਹੈ, ਇੱਕ ਲਿਟਰੇਰੀ ਫੈਸਟੀਵਲ ਵੀ ਹੈ। ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਕਿਹਾ ਕਿ ਬੜੇ ਛੋਟਾ ਜਿਹਾ ਸ਼ੁਰੂਆਤ ਕੀਤੀ ਸੀ 2010 ਦੇ ਵਿੱਚ, ਔਰ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਨੈਸ਼ਨਲ ਬੁੱਕ ਟਰਸਟ ਦੇ। ਇਹ ਜਿਵੇਂ ਤੁਸੀਂ ਆਪ ਸਭ ਜਾਣਦੇ ਹੋ ਕਿ ਇਹ ਜੋ ਯੂਨੀਅਨ ਮਿਨਿਸਟਰੀ ਆਫ ਐਜੂਕੇਸ਼ਨ ਹੈ, ਗਵਰਨਮੈਂਟ ਆਫ ਇੰਡੀਆ, ਉਹਦਾ ਬਹੁਤ ਵੱਡਾ ਅਦਾਰਾ ਹੈ ਜੋ ਐਜੂਕੇਸ਼ਨ ਬੁੱਕ ਨੂੰ ਪ੍ਰਕਾਸ਼ਿਤ ਵੀ ਕਰਦਾ ਹੈ ਔਰ ਲੋਕਾਂ ਵਿੱਚ ਉਸਦੇ ਰੁਝਾਨ ਵਧੇ ਕਿਤਾਬਾਂ ਪੜ੍ਹਨ ਦਾ, ਉਹਦੇ ਲਈ ਵੀ ਕੰਮ ਕਰਦਾ ਹੈ। ਤਾਂ ਜਦੋਂ ਸ਼ੁਰੂਆਤ ਕੀਤੀ ਉਦੋਂ ਬੜੇ ਛੋਟੇ ਜਿਹੇ ਇੱਕ ਲੈਵਲ ਤੋਂ ਕੀਤੀ ਗਈ ਸੀ। ਬਾਅਦ ਵਿੱਚ ਹੌਲੀ ਹੌਲੀ ਵੱਧਦਾ ਤੁਹਾਡੀ ਸਹਿਯੋਗ ਨਾਲ, ਕਿਉਂਕਿ ਤੁਸੀਂ ਸਾਡਾ ਬਹੁਤ ਸਾਥ ਦਿੱਤਾ, ਆਪਾਂ ਮਿਲ ਵੀ ਤਾਂ ਹੀ ਰਹੇ ਅੱਜ ਕਿ ਮੀਡੀਆ ਕਹਿੰਦੇ ਨਾ ਕਿ जंगल में मोर नाचा किसने देखा, तो जंगल में अगर मोर अकेला नचेगा तो कोई देखेगा नहीं, पर तुसी लोग साडियां अखां हो, तुसी साडे कंन हो, जिन्होंने साडी जिहड़ी आवाज़ है पूरी दुनिया तक पहुँचानी है। इसे करके तुहाडे सहयोग नाल ये मेला जो है एक बहुत बड़ा रूप धारण कर गया है, और इस बार 5 तरीक तो शुरू होएगा और 13 तरीक तक चलेगा। ये 100 तो ज़्यादा प्रकाशक पूरे भारत भर तो इसे शमूलियत करेंगे और ਵੱਖ-ਵੱਖ ਭਾਸ਼ਾਵਾਂ 'ਚ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਹੋਣਗੀਆਂ। ਅਸੀਂ ਉਹਨਾਂ ਨੂੰ ਐਗਜ਼ੀਬਿਸ਼ਨ 'ਚ ਦੇਖਾਂਗੇ, ਖਰੀਦਾਂਗੇ, ਪੜ੍ਹਾਂਗੇ। ਆਪ ਸਭ ਨੂੰ ਮੇਰੀ ਬੇਨਤੀ ਹੈ ਕਿ ਸਾਡਾ ਜਿਹੜਾ ਮੈਸੇਜ ਹੈ ਕਿ ਜਿਹੜੀ ਕਿਤਾਬਾਂ ਦਾ ਘਟਦਾ ਰੁਝਾਨ ਆ, ਮੈਂ ਤੁਹਾਡੀਆਂ ਅਖਬਾਰਾਂ 'ਚ ਬਹੁਤ ਵਾਰ ਪੜ੍ਹਦਾ ਹੈ ਕਿ ਬੱਚਿਆਂ 'ਚ ਰੁਝਾਨ ਜਿਹੜਾ ਪੜ੍ਹਾਈ ਦਾ ਉਹ ਘਟ ਰਿਹਾ, ਪੜ੍ਹਨ ਦਾ ਖਾਸ ਕਰਕੇ। ਜਿਹੜੀ ਮੋਬਾਈਲ ਟੈਕਨੋਲੋਜੀ ਹੈ इसने बच्चों को अपने नाल जोड़िया है, पर किताबों तो परे कर लिया। तो क्यों ना बच्चों को जो पढ़ाई दे विच जो मानसिक विकास, जो पढ़ाई पढ़ के किताब में पढ़ के जो मानसिकता विकास होता है वो किसी मोबाइल या कंप्यूटर में नहीं हो सकता। इस मेले का सब तो बड़ा मकसद NPT ने खास करके सानू कहा कि मकसद ये है कि रुझान जो पढ़न का है किताबां वो बच्चों नौजवानों जब ਉਹਦਾ ਵਾਧਾ ਕੀਤਾ ਜਾਏ। और आपके सहयोग की बहुत लोड़ थी। मेरे नाल डॉक्टर आत्मा रंधावा जी मुखी ने पंजाबी विभाग से, मैम जी डिप्टी डायरेक्टर ने नैशनल बुक ट्रस्ट, और मैडम नवजोत जी एडिटर ने NPT ਦੇ ਵਿੱਚ ਉਹ ਤੁਹਾਡੇ ਨਾਲ ਵੀ ਸਾਂਝਾ ਕਰਨਗੇ ਆਪਣੇ ਵਿਚਾਰ। ਮੇਰਾ ਸਿਰਫ ਤੁਹਾਨੂੰ ਇਹੀ ਇੱਕ ਦੁਬਾਰਾ ਤੋਂ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਾਂ ਇੱਥੇ ਤੁਸੀਂ ਪਹੁੰਚਣਾ ਵੀ ਹੈ, ਆਪਾਂ ਕਿਤਾਬਾਂ ਦੀ ਐਗਜ਼ੀਬਿਸ਼ਨ ਦੇਖਣੀਆਂ ਵੀ ਨੇ ਤੇ ਸਾਡਾ ਜਿਹੜਾ ਸੁਨੇਹਾ ਆਪ ਜੀ ਦੇ ਸਾਰੀ दुनिया तक पहुँचाना भी है। और मैं ये विस्तार पूर्वक, क्योंकि वो संयोजक ने मेरी मैं रिक्वेस्ट कराँगा डॉक्टर आत्मा रंधावा जी ने तो तुम डिटेल दसन, उस तो बाद होर विस्तार जोड़ा वो मैं जी आप जी नाल साझे करने विचार। धन्यवाद। बहुत ही पत्रकार दोस्तों, जिन्हें के सौर साहब ने दसिया कि ये मेला NPT के सहयोग नाल कर रहे हैं और 9 दिन का ये मेला। इस मेले का मुख्य मकसद कि पंजाबी जिहड़े लोग है उन्होंने पुस्तकां प्रति दिलचस्पी पैदा करनी, लिटरेचर साइंस जिहड़ा जां मामूली है साडी उन्होंने लोगों खिच पैदा करनी, खास तरह की जो किताबों साहित्य अपनी मां बोली जोड़ सकता। तो इस उद्देश्य नाल पिछले कई सालों तो बिना छोटे ਜਿਹੇ ਜਮਾਣੇ ਦੇ ਯਤਨ ਕਰਦੇ ਸੀ, ਹੁਣ ਸਾਡੇ ਇਸ ਯਤਨ ਨੂੰ कह लो पढ़
ਲੱਗਾ ਕਿ ਅਸੀਂ 9 ਦਿਨ ਦਾ ਇਹ ਸਾਹਿਤ ਉਤਸਵ ਤੇ ਮੇਲਾ ਕਰਾ ਰਹੇ ਹਾਂ। ਤੇ ਇੱਥੇ ਮੇਲੇ ਨੂੰ ਚਾਰ ਚੰਦ ਹੋਰ ਇਸ ਤਰ੍ਹਾਂ ਲੱਗੇ ਕਿ ਸਾਨੂੰ ਸਾਡੇ ਮਾਣਯੋਗ ਗਵਰਨਰ ਪੰਜਾਬ ਦਾ ਉਦਘਾਟਨ ਕਰਨਗੇ ਤੇ ਐਨਬੀਟੀ ਤੋਂ ਚੇਅਰਮੈਨ ਸਾਹਿਬ ਡਾਇਰੈਕਟਰ ਸਾਹਿਬ ਯੁਵਰਾਜ ਜੀ ਉਹ ਵੀ ਹੋਣਗੇ। ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਸੁਰਜੀਤ ਪਾਤਰ ਜੀ ਵੀ ਉਦਘਾਟਨ ਦੇ ਵਿੱਚ ਸ਼ਾਮਲ ਹੋਣਗੇ। ਉਹਨਾਂ ਤੋਂ ਇਲਾਵਾ ਪੰਜਾਬੀ ਨਾਵਲ ਕਹਾਣੀ ਜਾਂ ਹੋਰ ਹਸਤੀਆਂ ਜਿਹੜੀਆਂ ਵੱਡੀਆਂ ਵੱਡੀਆਂ ਵਿਦਵਾਨ ਨੇ ਪੰਜਾਬੀ ਦੇ ਉਹ ਵੀ ਪਰਸੋਂ ਸਾਡੇ ਕੋਲ 5 ਤਰੀਕ ਨੂੰ ਉਸ ਮੇਲੇ 'ਚ ਸ਼ਮੂਲੀਅਤ ਕਰਨਗੇ। ਸੋ ਇਹ ਜਿਹੜੀਆਂ ਸਾਡੇ ਕੋਲ ਟੈਲੀਵਿਜ਼ਨ ਜਾਂ ਕੰਪਿਊਟਰ ਨੇ ਸਾਡੇ ਬੱਚਿਆਂ ਦੀ ਜਿਹੜੀ ਸਾਈਕੀ ਆ ਉਹਨੂੰ ਸਕਰੀਨ ਨਾਲ ਜੋੜਿਆ। ਉਸ ਤੋਂ ਪਰੇ ਇੱਕ ਦੁਨੀਆ ਹੋਰ ਹੀ ਵਸਦੀ ਆ ਜਿਹੜੀ ਸਾਡੇ ਅੰਦਰ ਚੰਗੀਆਂ ਕਦਰਾਂ ਕੀਮਤਾਂ ਨਹੀਂ ਕਰ ਸਕਦੀ ਜੋ ਕਿਤਾਬ ਕਰ ਸਕਦੀ। ਅਸੀਂ ਦੱਸਣਾ ਇਹ ਚਾਹੁੰਦੇ ਹਾਂ ਕਿ ਕਿਤਾਬ ਦੇ ਅਜੇ ਵੀ ਆਸ਼ਕ ਬਹੁਤ ਨੇ। ਪਿਛਲੀ ਵਾਰੀ ਅਸੀਂ ਜਿਹੜਾ ਮੇਲਾ ਲਾਇਆ ਸੀ 4 ਦਿਨ ਦਾ ਹੀ ਸੀਗਾ। ਇਹਨਾਂ ਦਿਨਾਂ ਦੇ ਵਿੱਚ ਹੀ 2 ਤੋਂ ਲੈ ਕੇ 5 ਮਾਰਚ ਤੱਕ ਅੱਜ ਦੇ ਦਿਨ ਇਹ ਚੱਲ ਰਿਹਾ ਪਰ 30 ਲੱਖ ਦੀਆਂ ਕਿਤਾਬਾਂ ਉਸ ਵੇਲੇ ਵਿਕੀਆਂ ਸੀ। 30 ਲੱਖ ਕਿਤਾਬ ਸਾਡੇ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਬੜੀ ਵੱਡੀ ਸੋ ਅਸੀਂ ਉਸੇ ਨੂੰ ਵੇਖ ਕੇ 9 ਦਿਨ ਦੇ ਪ੍ਰੋਗਰਾਮ ਲਿਖੇ ਨੇ ਤੇ ਸਾਨੂੰ ਬਹੁਤ ਆਸ ਹੈ ਕਿਉਂਕਿ ਸਾਇੰਸ ਦੇ ਨਾਲ ਹੀ ਜਿਹੜੀ ਪੱਤਰਕਾਰੀ ਹੈ ਉਹ ਵੀ ਬਹੁਤ ਵੱਡਾ ਰੋਲ ਨਿਭਾਉਂਦੀ ਹੈ ਕਿ ਬੱਚਿਆਂ ਨੂੰ ਲੋਕਾਂ ਨੂੰ ਪੰਜਾਬੀਆਂ ਨੂੰ ਕਿਤਾਬਾਂ ਨਾਲ ਤੇ ਮਾਂ ਭਾਸ਼ਾ ਨਾਲ ਜੋੜਨ। ਸੋ ਪੰਜਾਬੀ ਦੇ ਵਿੱਚ ਜਿਹੜਾ ਪੰਜਾਬੀ ਮੀਡੀਆ ਹੈ ਭਾਵੇਂ ਇਲੈਕਟ੍ਰੋਨਿਕਸ ਹੈ ਭਾਵੇਂ ਅਖਬਾਰਾਂ ਹੈ ਉਹ ਬਾਖੂਬੀ ਇਹ ਯਤਨ ਕਰ ਰਹੇ ਆ ਤੇ ਅਸੀਂ ਉਹਨਾਂ ਨਾਲ ਇਸੇ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਸਾਡੇ ਕੋਲ ਸੋ ਮੈਂ ਥੋੜ੍ਹੀ ਜਿਹੀ ਲਿਟਰੇਚਰ ਦੇ ਪ੍ਰੋਗਰਾਮਾਂ ਦੀ ਦੇਵਾਂਗਾ ਜਾਣਕਾਰੀ। ਬਾਕੀ ਨੈਂਸੀ ਸਾਡੇ ਡਾਇਰੈਕਟਰ ਨੇ ਉਹ ਪ੍ਰਕਾਸ਼ਕਾਂ ਦੇ ਬਾਰੇ ਦੱਸਣਗੇ। ਤੇ ਪਹਿਲੇ ਦਿਨ ਜਿਵੇਂ ਕਿਹਾ ਕਿ ਬਹੁਤ ਵੱਡੇ ਸ਼ਾਇਰ ਸਾਰੇ ਜਿਹੜੇ ਆ ਸਾਡੇ ਮੁਸ਼ਾਇਰਾ ਹੋਏਗਾ। ਸ਼ਾਮ ਨੂੰ ਕਲਚਰਲ ਪ੍ਰੋਗਰਾਮ ਹੋਣਗੇ। ਫਿਰ ਇਸੇ ਤਰ੍ਹਾਂ ਹੀ ਜਿਹੜੇ ਮਾਝੇ ਦੇ ਤਕਰੀਬਨ ਵੱਡੇ ਕਲਾਕਾਰ ਨੇ ਉਹ ਅੰਮ੍ਰਿਤਸਰੀ ਸਾਖਾ ਪ੍ਰੋਗਰਾਮ ਹੋਏਗਾ 6 ਤਰੀਕ ਨੂੰ ਐਤਵਾਰ। ਫਿਰ ਸੱਚ ਨੂੰ 47 ਦੇ ਵੰਡ ਦਾ ਅਜੇ ਵੀ ਗਰਵ ਮਹਿਸੂਸ ਹੁੰਦਾ। ਇੱਕ ਪ੍ਰੋਗਰਾਮ ਵੰਡ ਦੀ ਗਾਥਾ ਰੱਖੀ ਹੈ ਅਸੀਂ ਕੁਝ ਜਿਹੜੇ ਅਨੁਰੁੱਧ ਕਾਲਾ ਜੀ ਦੀ ਕਹਾਣੀਆਂ ਦੀ ਕਿਤਾਬ ਹੈ ਜਿਹੜੇ 47 ਦੇ ਵੇਲੇ ਪਾਗਲ ਹੋ ਕੇ ਲੋਕ ਉਹਨਾਂ ਦੇ ਉੱਪਰ ਕਹਾਣੀਆਂ ਉਹ ਕਿਤਾਬ ਵੀ ਰਿਲੀਜ਼ ਵੀ ਹੋਣੀ ਹੈ ਨੇ ਛਾਪੀ ਆ ਉਹਦੇ ਤੇ ਚਰਚਾ ਵੀ ਆ। ਇੱਕ ਕਾਮਤਾ ਮੀਜੀ ਨੇ ਕਹਾਣੀਆਂ ਟੁਕੜੇ 47 ਦੇ ਸੀ ਉਹ ਵੀ ਐਤਵਾਰ 6 ਨੂੰ ਹੋਏਗਾ। ਇਸੇ ਤਰ੍ਹਾਂ ਹੀ ਇੱਕ ਅੰਮ੍ਰਿਤਸਰ ਦੇ ਕਵੀਆਂ ਦਾ ਕਵੀ ਦਰਬਾਰ ਇੱਥੇ 7 ਤਰੀਕ ਨੂੰ ਅਸੀਂ ਇੱਕ ICR ਨਾਲ ਸੰਬੰਧਿਤ ਸੈਮੀਨਾਰ ਹੈ ਸਾਡੇ ਕੋਲ 2 ਦਿਨ ਦਾ ਜਿਹੜੀ ਯੂਥ ਦੀ ਮਾਈਗ੍ਰੇਸ਼ਨ ਹੈ। ਇਸ ਵੇਲੇ ਸਾਡੀ ਪੰਜਾਬੀਆਂ ਦੀ ਬਹੁਤ ਵੱਡੀ ਸਮੱਸਿਆ ਹੈ ਯੂਥ ਮਾਈਗ੍ਰੇਸ਼ਨ। ਸਾਡਾ ਪੰਜਾਬ ਇੱਕ ਤਰ੍ਹਾਂ ਇਸ ਲੱਗਦਾ ਕਿ ਵਿਹਲਾ ਹੋ ਰਿਹਾ। 2 ਦਿਨ ਲਗਾਤਾਰ 7 ਤੇ 8 ਤਰੀਕ ਨੂੰ ਉਹਦੇ ਸੈਮੀਨਾਰ ਆ ਜਿਹੜੇ ਹਿੰਦੁਸਤਾਨ 'ਚ ਜਿੱਥੇ ਜਿੱਥੇ ਪੰਜਾਬੀ 'ਚ ਪੜ੍ਹਾਇਆ ਜਾਂਦਾ ਜਿਨ੍ਹਾਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਸਾਰੇ ਹੈਡ ਆਫ ਡਿਪਾਰਟਮੈਂਟ ਉਹਨਾਂ ਦੇ ਵਿਦਵਾਨ ਤਕਰੀਬਨ 30 ਦੇ ਕਰੀਬ ਵਿਦਵਾਨ 7 ਤੇ 8 ਤਰੀਕ ਨੂੰ ਸਾਡੇ ਕੋਲ ਪਹੁੰਚਣਗੇ। ਕੋਈ ਐਸਾ ਵਿਦਵਾਨ ਨਹੀਂ ਹੈ ਜਿਹੜਾ ਸਾਡੇ ਕੋਲ ਸ਼ਮੂਲੀਅਤ ਨਹੀਂ ਕਰੇਗਾ। ਇਸ ਤੋਂ ਇਲਾਵਾ ਅਸੀਂ ਕੁਝ ਕਲਾ ਨਾਲ ਪੇਂਟਿੰਗ ਨਾਲ ਸੰਬੰਧਿਤ ਜਿੱਦਾਂ ਕੋਈ ਬਥੇਰੇ ਤੋਂ ਆ ਰਿਹਾ ਲਾਈਨ ਪੇਂਟਿੰਗ ਇੱਕ ਸਟੇਜ 'ਤੇ ਕਰਕੇ ਬੱਚਿਆਂ ਨੂੰ ਕਲਾ ਨਾਲ ਵੀ ਜੋੜਨਗੇ। ਹੋਰ ਇੱਦਾਂ ਦੇ ਸਾਰੇ ਪ੍ਰੋਗਰਾਮ ਅਸੀਂ 13 ਦਿਨਾਂ ਦੇ ਲਿਖੇ ਹੋਏ ਆ। ਫਿਲਮ ਕਲਾਕਾਰ ਆਉਣਗੇ ਕੁਝ ਸਾਡੇ ਬੱਚੇ ਜਿਹੜੇ ਸਟੂਡੈਂਟ ਇੱਥੋਂ ਕਲਾਕਾਰ ਬਣ ਕੇ ਗਏ ਉਹ ਸਾਰੇ ਆਉਣਗੇ। ਸੋ ਅਸੀਂ ਇੱਕ ਕਹਿ ਲਓ ਕਿ 9 ਦਿਨ ਸਾਹਿਤਕ ਮਾਹੌਲ ਅੰਮ੍ਰਿਤਸਰ 'ਚ ਸਿਰਜਣ ਦੀ ਕੋਸ਼ਿਸ਼ ਕਰਾਂਗੇ ਕਿ ਆਲੇ ਦੁਆਲੇ ਦਾ ਜਿਹੜੀ ਆਬੋ ਹਵਾ ਵਾ ਉਹ ਸੈਂਟਰ ਹੋ ਜਾਵੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਡਿਪਟੀ ਡਾਇਰੈਕਟਰ NBT ਨੈਸ਼ਨਲ ਡਾਇਰੈਕਟਰ ਮਹਿੰਤ ਜੀ ਨੂੰ ਉਹ ਤੁਹਾਡੇ ਨਾਲ 2 ਗੱਲਾਂ ਸਾਂਝੀਆਂ। नमस्कार। आप लोग को ये जान के बहुत खुशी होगी कि ये हमारा पहला बुक फेयर हुआ कोविड के बाद जो हमने अमृतसर से लॉन्च किया है। और जैसा प्रोफेसर ने बताया कि आप लोगों को क्योंकि टाइम जो इसकी है 10 से 7 की रहेगी। और एक जो सबसे इम्पोर्टेंट पॉइंट इसमें ये रहेगा कि 10% डिस्काउंट सभी को मिलेगा जो भी पब्लिशर्स यहाँ पे पार्टिसिपेट कर रहे हैं तो सबको डिस्काउंट 10% देंगे। और जो NBT की बुक्स होंगी उस पर डिस्काउंट 25% मिलेगा। लेकिन उसके लिए हमारे जो बुक क्लब मेंबर्स होंगे वो उसके लिए एलिजिबल होंगे। और बुक क्लब मेंबरशिप की जो स्कीम है वो 100 रुपये आपको खाली पे करने होंगे और लाइफ टाइम आप उसको मेंबरशिप पा सकते हैं ताकि भविष्य में जब भी किताबें आपको लेनी होंगी सबको डिस्काउंट मिल सके।
और मैं सिर्फ एनबीटी के बारे में कुछ चीज़ें और बताना चाहूँगा आपको कि एनबीटी का जो मेन मकसद है बच्चों में रीडिंग हैबिट्स को कल्टिवेट करना, ताकि बच्चे किताबें पढ़ सके, किताबों के प्रति उनका रुझान पैदा हो, उसको पढ़ें। और उसके लिए जो है एनबीटी जो है खास कोशिश ये करता है कि हमारा जो आउटरीच प्रोग्राम है स्कूलों को, लाइब्रेरीज को वहाँ तक पहुँचना, वहाँ तक किताबें हमारी पहुँचाना। पिछले 20 और 21 वाले जो फाइनेंशियल ईयर निकला है उसमें हम करीब 1 लाख लाइब्रेरी को टच किया हमने, और करीब हमने 27 स्टेट और यूनियन टेरिटरीज को टच किया जहाँ पे हमने किताबें वहाँ पे पहुँचाई है। और एक जो है गवर्नमेंट की स्कीम है जो सर्व शिक्षा अभियान, आपको पता होगा, उसके थ्रू भी हम जो है सारे स्कूल जितने भी स्टेट वाइज हम कवर करते हैं, और जितनी भी किताबें हमारे जो बच्चों की होती है वो हम वहाँ तक पहुँचाते हैं। एनबीटी का जो मेन मकसद लिटरेरी फेस्टिवल और अमृतसर बुक फेयर जो 2022 है ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ। ਗਵਰਨਰ ਪੰਜਾਬ ਮਹਾਮਹਿਮ ਜੋ ਸਾਡੇ ਪ੍ਰੋਹਿਤ ਜੀ ਨੇ ਉਹ ਉਸ ਦਿਨ ਇੱਥੇ ਪਧਾਰਨਗੇ ਔਰ ਆਪਣੇ ਕਾਰਕੁਨਾਂ ਨਾਲ ਇਹਦੀ ਸ਼ੁਰੂਆਤ ਕਰਨਗੇ। 13 ਤਰੀਕ ਤੱਕ ਇਹ ਮੇਲਾ ਚੱਲੇਗਾ। ਇਹਦੇ ਵਿੱਚ 100 ਦੇ ਕਰੀਬ ਜਿਹੜੇ ਪ੍ਰਕਾਸ਼ਕ ਨੇ ਪੂਰੇ ਇੰਡੀਆ ਭਰ ਤੋਂ, ਗੋਆ, ਬੰਬੇ, ਦਿੱਲੀ, यूपी और कलकत्ता तक तो, और साढ़े अपने पंजाब के बहुत सारे प्रकाशक जो नामवर ने वो सारे इतने स्टॉल सानू वेखने मिल गए। 102 के करीब स्टॉल जोड़े ने इतने लग रहे हैं किताबों के। मकसद यदा है कि असी जोड़े लोग ने खास करके साड़ी नौजवान पीढ़ी जो किताबों तो परे होंदी जा रही है उन्होंने असी किताबों के नाल जोड़ना है। टैलीविजन और मोबाइल की टैक्नोलॉजी ठीक है, आप हर चीज़ ना जुड़ना है, पर किताबों तो जो परे होना ये बहुत अच्छी गल नहीं है। इस फैसटिवल का मुख्य कारण भी यही है कि 9 दिन जोड़े है एक वड्डे पद्धर से बहुत सारी किताबां इतने लोगों के सामने पेश होन ताकि लोग आके किताबां खरीदन भी, पढ़न भी। और ये असी बहुत शुक्रगुजार हाँ नैशनल बुक ट्रस्ट से जो एक अदारा है बहुत वड्डा, जिवें आप सब जानते हैं, मिनिस्ट्री ऑफ एजुकेशन गवर्नमेंट ऑफ इंडिया का, उन्होंने के सहयोग नाल ये सारा मेला लग रहा है। और ये उन्होंने वड्डे ऑफिसर भी आउणगे और 9 दिन के किताबों तो इलावा असी वेखांगे इत्थे कल्चरल गोष्ठियां होणगियां, सैमीनार होणगे, डिबेट्स होणगियां, इंटलैक्चुअल डिस्कशन जड़ियाँ ने होणगियां, और असी कल्चरल प्रोग्राम जड़े ने गिद्धा भंगड़ा और सारा एक अट्रैक्शन एक बनाने की कोशिश है ताकि इत्थे लोग आके किताबां भी वेखण, पढ़न भी और अपने आनंद भी मानन। बिल्कुल जी, आपने ठीक किया, पुस्तक मेला तो है ही है, पर वो नाल ही साइड के उत्ते असी कल्चरल प्रोग्राम जिहड़े नाल रखे ने, नाटक खेडे जाणगे, कवि गोष्ठी होएगी, डिस्कशन होणगियां, डिबेट होणगियां। एक इत्थे नाटक मंडली जिहड़ी आ वो अवेलेबल होएगी जिहड़ी वक्-वक् विषयां दे उत्ते नाटक पेश करनगे। एक बहुत ही सुंदर नज़ारा वेखण नूं मिलेगा। मैं नेशनल बुक ट्रस्ट में डिप्टी डायरेक्टर हूँ। नेशनल बुक ट्रस्ट की बुक फेयर लगा रहा है 9 दिन का। टाइमिंग 10 बजे से लेकर 7 बजे तक रहेगा। डिस्काउंट 10% सभी किताबों में मिलेगी आपको। पब्लिशर्स गवर्नमेंट के बहुत सारे इसके अंदर हैं, जैसे बताया पब्लिकेशन डिवीजन इसके अंदर है, संगीत नाटक अकेडमी है, साहित्य अकेडमी है, कलकत्ता की जो संस्था है RILF वो भी इसमें जुड़े हुए हैं। कुछ बड़े पब्लिशर्स भी हमारे साथ जुड़े हुए हैं। डायमंड जो पब्लिशिंग हाउस है वो हमारे साथ जुड़ा हुआ है। आधार पब्लिशर्स है, ये हैं। तो कुल मिला के ये है कि सारी किताबें आपको एक ही छत के अंदर मिलेगी और अलग अलग जो है सब्जेक्ट पे ये किताबें अवेलेबल हैं। और एनबीटी के पास कुछ स्कीम्स भी है जिसके थ्रू मतलब हमारे साथ स्कूल्स और लाइब्रेरी जुड़ सकते हैं। कुछ ज़्यादा डिस्काउंट पे किताबें उनको मिल सकती हैं, उसके लिए हमसे उनको कॉन्टेक्ट करना पड़ेगा। और मैं आप सभी लोगों से दरख्वास्त करता हूँ कि ये जो भी लोग ये संदेश सुन रहे हैं कम से कम मैक्सिमम भीड़ लेके वो पहुँचे, अपने मोहल्लों में लोग बताएं और इस बुक फेयर के बारे में और इस बुक फेयर का फ़ायदा उठाएं। क्योंकि नॉर्मली एनबीटी जो है हर 3 साल में 4 साल में ही वो जगह रिपीट कर पाती है, तो हर साल नई बुक फेयर लगा पाती, क्योंकि इतने सारे स्टेट हमारे हैं देश में, हमें वहाँ भी जाना होता है। तो बस एक ही रिक्वेस्ट सभी से है कि बुक फेयर में आए और किताबों का मजा लें। ਮੇਲਾ ਲੱਗਿਆ ਹੋਇਆ ਵਾ, ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਤੁਸੀਂ ਆਪਣਾ ਨਾਮ ਤੇ ਤੁਹਾਡਾ ਖਾਲਸਾ ਕਾਲਜ ਵਿੱਚ ਕੀ ਹੁੰਦਾ ਗਾ ਇਸ ਬਾਰੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਖਾਲਸਾ ਕਾਲਜ ਦਾ, ਜਿਨ੍ਹਾਂ ਨੇ ਸਾਡੇ ਨਾਲ ਇੰਨਾ ਸਹਿਯੋਗ ਕੀਤਾ, ਇੰਨਾ ਵੱਡਾ ਮੇਲਾ ਆਰਗੇਨਾਈਜ਼ ਕਰਨ 'ਚ। ਇਹ ਗੁਰੂ ਕੀ ਨਗਰੀ ਅਸੀਂ ਆਏ ਹਾਂ, ਸਾਡੇ ਵੱਡਾ ਸੁਭਾਗ ਹੈ ਇਹ। ਤੇ ਇਹ ਜਿਹੜਾ ਪੁਸਤਕ ਮੇਲਾ ਅਸੀਂ ਕਰ ਰਹੇ ਹਾਂ ਇਹ ਨਵੀਂ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦਾ ਉਪਰਾਲਾ ਹੈ। ਇਹ ਸਾਡਾ ਸਿੱਖਿਆ ਮੰਤਰਾਲੇ ਦੇ ਅਧੀਨ ਸਾਡਾ ਅਦਾਰਾ ਆਉਂਦਾ ਨੈਸ਼ਨਲ ਬੁੱਕ ਟਰਸਟ, ਜਿਹਦੇ 'ਚ ਮਤਲਬ ਘੱਟੋ ਘੱਟ ਇਸ ਟਾਈਮ 52 ਭਾਸ਼ਾਵਾਂ ਜਿਹੜੀਆਂ ਭਾਰਤੀ ਭਾਸ਼ਾਵਾਂ ਨੇ ਉਹਨਾਂ 'ਚ ਕਿਤਾਬਾਂ ਛਾਪੀਆਂ ਜਾ ਰਹੀਆਂ ਨੇ।
ਸਾਡਾ ਮੇਨ ਮਕਸਦ ਹੈ ਕਿ ਅਸੀਂ ਇੱਕ ਦੂਜੀਆਂ ਭਾਸ਼ਾਵਾਂ ਨੂੰ ਇੱਕ ਦੂਜੀ ਭਾਸ਼ਾ 'ਚ ਅਨੁਵਾਦ ਕਰਕੇ ਪੂਰੇ ਭਾਰਤ ਦਾ ਸਾਹਿਤ ਇੱਕ ਜਗ੍ਹਾ ਇਕੱਠਾ ਕਰਕੇ ਹਰ ਤਰ੍ਹਾਂ ਦੇ ਪਾਠਕਾਂ ਨੂੰ ਪਹੁੰਚਾਈਏ। ਜਿੱਦਾਂ ਉੜੀਆ ਦੀਆਂ ਕਿਤਾਬਾਂ ਹੈ, ਬੰਗਾਲੀ ਕਿਤਾਬਾਂ ਨੇ, ਉਹਨਾਂ ਨੂੰ ਅਸੀਂ ਪੰਜਾਬੀ 'ਚ ਅਨੁਵਾਦ ਕਰਦੇ ਹਾਂ ਤਾਂ ਕਿ ਦੂਜਾ ਸਾਹਿਤ ਵੀ ਪੰਜਾਬੀਆਂ ਨੂੰ ਪੜ੍ਹਨ ਨੂੰ ਮਿਲੇ। ਮੈਮ ਇਹ ਮੇਲਾ ਕਿੰਨੇ ਦਿਨ ਚੱਲੇਗਾ? ਮੇਲਾ ਇਹ 5 ਤਰੀਕ ਤੋਂ ਸ਼ੁਰੂ ਹੋ ਕੇ 13 ਮਾਰਚ ਤੱਕ ਚੱਲੇਗਾ, 9 ਦਿਨ ਦਾ ਮੇਲਾ। ਤੇ ਇਹਦੇ ਵਿੱਚ ਅਸੀਂ ਹਰ ਰੋਜ਼ ਦੇ 2 ਜਾਂ 3 ਪ੍ਰੋਗਰਾਮ ਕਰਾਂਗੇ, ਜਿਸ 'ਚ ਚੰਗੇ ਚੰਗੇ ਲੇਖਕ ਜਿਨ੍ਹਾਂ ਨੂੰ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਲਾਈਵ ਸੁਣਨਗੇ, ਜਿਨ੍ਹਾਂ ਦੀਆਂ ਕਿਤਾਬਾਂ ਸਿਲੇਬਸਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਸੁਣਨ ਦਾ ਮੌਕਾ ਮਿਲੇਗਾ। ਤੇ ਰੰਗਾ ਰੰਗ ਪ੍ਰੋਗਰਾਮ ਜਿਸ 'ਚ ਬੱਚੇ ਵੀ ਸ਼ਾਮਿਲ ਹੋਣਗੇ ਤੇ ਕਾਲਜਾਂ ਦੇ ਸਟੂਡੈਂਟਸ ਵੀ ਹੋਣਗੇ, ਸਕੂਲਾਂ ਦੇ ਵੀ ਹੋਣਗੇ। ਮਤਲਬ ਕੋਸ਼ਿਸ਼ ਸਾਨੂੰ ਵੱਧ ਤੋਂ ਵੱਧ ਨੌਜਵਾਨ ਪੀੜ੍ਹੀ ਨੂੰ ਜੋੜਨ ਦੀ ਕਰ ਰਹੇ ਹਾਂ। ਤੇ ਮੈਮ ਜ਼ਿਆਦਾਤਰ ਅੱਜ ਕੱਲ੍ਹ ਬੱਚੇ ਸੋਚਦੇ ਕਿ ਕਿਤਾਬਾਂ ਰਾਹੀਂ ਘੱਟ ਹੀ ਜਾਣਿਆ ਜਾਵੇ, ਤੇ ਕੋਈ ਨਾਟਕ ਵਗੈਰਾ ਵੀ ਹੋਏਗਾ? ਬਿਲਕੁਲ ਜੀ, ਨਾਟਕ ਵੀ ਹੋਣਗੇ। ਇੱਕ ਖੈਰ ਇਹ ਵਹਿਮ ਹੈ ਜਾਂ ਕੀ ਹੈ ਕੁਛ, ਚਲੋ ਰੁਝਾਨ ਤਾਂ ਹੈ ਹੀ ਹੈ ਫੋਨਾਂ ਕਰਕੇ, ਪਰ ਮੈਂ ਹਾਲੇ ਨਿਰਾਸ਼ ਨਹੀਂ ਹਾਂ ਇਸ ਚੀਜ਼ ਤੋਂ, ਕਿਉਂਕਿ ਜਦੋਂ ਵੀ ਸਾਡੀ ਬੁੱਕ ਵੈਨ ਆਉਂਦੀ ਹੈ ਤਾਂ ਬੁੱਕ ਵੈਨ ਕਦੇ ਸਾਡੀ ਕਿਤਾਬਾਂ ਭਰੀਆਂ ਨਹੀਂ ਹੋਈਆਂ, ਹਮੇਸ਼ਾ ਖਾਲੀ ਹੋ ਕੇ ਜਾਂਦੀ ਹੈ ਪੰਜਾਬ ਤੋਂ। ਇਹ ਇੱਕ ਚੰਗੀ ਮਤਲਬ ਸ਼ੁਰੂਆਤ ਹੈ ਕਿ ਪੰਜਾਬੀ ਹਲੇ ਵੀ ਕਿਤਾਬਾਂ ਪੜ੍ਹਦੇ ਨੇ, ਤੇ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਸਾਡੀ ਅਗਲੀ ਨੌਜਵਾਨ ਪੀੜ੍ਹੀ ਕਿਤਾਬਾਂ ਨਾਲ ਜ਼ਰੂਰ ਜੁੜੂ। ਪ੍ਰਿੰਟ ਮੀਡੀਆ ਜ਼ਰੂਰੀ ਹੈ। ਮੈਮ ਤੁਸੀਂ ਹੋਰ ਕੁਝ ਨया ਲੈਣਾ ਹੋਵੇ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਜਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ? ਮੈਂ ਕਾਲਜ ਯੂਨੀਵਰਸਿਟੀ ਮੈਂ ਜਿੰਨੇ ਵੀ ਵਿਦਿਆਰਥੀ ਨੇ ਉਹਨਾਂ ਨੂੰ ਇਹੀ ਕਹਾਂਗੀ ਵੱਧ ਤੋਂ ਵੱਧ ਇਸ ਪੁਸਤਕ ਮੇਲੇ 'ਚ ਆਉਣ, ਕਿਤਾਬਾਂ ਨਾਲ ਜੁੜਨ। ਤੇ ਕਿਤਾਬਾਂ ਸਾਨੂੰ ਗਿਆਨ ਦਿੰਦੀਆਂ ਨੇ, ਜ਼ਿੰਦਗੀ ਜਿਉਣਾ ਸਿਖਾਉਂਦੀਆਂ ਨੇ, ਤੇ ਉਹ ਜ਼ਿੰਦਗੀ ਜਿਉਣ ਦੇ ਅੰਸ਼ ਅਸੀਂ ਕਿਤਾਬਾਂ 'ਚ ਜ਼ਰੂਰ ਲਈਏ। ਇੰਡੀਆ 'ਚ ਪੰਜਾਬੀ ਦਾ ਵਿਭਾਗ ਦੇਖ ਰਹੀ ਹਾਂ, ਪੰਜਾਬੀ ਸੰਪਾਦਕ ਵਜੋਂ ਕੰਮ ਕਰ रही हूँ। थैंक यू। आप दिल्ली से 4 साल तक जी, बड़ा अच्छा लग रहा है। जैसा सर ने बताया कि अमृतसर से हमारा पुराना नाता रहा है और हम कोशिश करेंगे कि आगे भी अमृतसर के साथ हमारा जुड़ाव जो है इसी तरीके से बना रहे। और ये एक कोशिश है जो आज की युवा पीढ़ी है जो किताबों से थोड़ा दूरी बना चुकी है, मोबाइल की तरफ जा चुकी है, तो उनको वापस किताबों की तरफ वापस मोड़ने की एक कोशिश है। और आपसे भी सहयोग ये चाहेंगे कि आप भी ज़्यादा से ज़्यादा लोगों तक ये बात पहुंचाएं, और ताकि लोग यहाँ पे विजिट करें और किताबें जो हैं उस संसार से जुड़ सकें। और सर जो किताबों का मेला लग रहा है उसमें कौन कौन सी किताबें और कौन कौन से लेक्चर की होंगी? ये नवजोत मैम ज़्यादा इस बारे में बेहतर जानकारी दे पाएंगी, क्या प्रोग्राम्स हैं। और प्लीज़ मैम। ਪ੍ਰੋਗਰਾਮ ਸਾਡੇ 9 ਦੇ 9 ਦਿਨ ਚੱਲਣੇ ਹੈ ਜੀ। ਇਹ 'ਚ ਸਵੇਰੇ ਤੋਂ ਸ਼ੁਰੂ ਹੋ ਕੇ ਸਵੇਰੇ 11:30 ਤੋਂ ਹੈ, ਫਿਰ 2-2:30 ਵਜੇ, ਫਿਰ 4 ਵਜੇ, ਫਿਰ ਸ਼ਾਮ ਨੂੰ ਵੀ ਪ੍ਰੋਗਰਾਮ ਹੈ। ਉਹਦੇ 'ਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵਿਚਾਰ ਚਰਚਾ ਵੀ ਹੋਣਗੀਆਂ ਜਿਹੜੀਆਂ ਬੱਚਿਆਂ ਨੂੰ ਅੱਗੇ ਅਗਵਾਈ ਦੇਣ, ਚੰਗੇ ਲੇਖਕ ਆਉਣਗੇ। ਇਸ ਤੋਂ ਇਲਾਵਾ ਮਨੋਰੰਜਨ ਵਾਲੀਆਂ ਚੀਜ਼ਾਂ ਵੀ ਹੋਣਗੀਆਂ, ਜਿਹਦੇ 'ਚ ਨਾਟਕ ਹੈ, ਕਵਿਤਾ ਹੈ, ਕਹਾਣੀ ਹੈ, ਥੋੜ੍ਹਾ ਮਤਲਬ ਸਾਡੇ ਜਿਹੜੇ ਲੋਕ ਨਾਚ ਨੇ ਉਹਨਾਂ ਦੀ ਪੇਸ਼ਕਾਰੀ ਵੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਇੱਕ ਇੱਦਾਂ ਇਸ ਤਰ੍ਹਾਂ ਬਣਾਇਆ ਕਿ ਬੱਚੇ ਆਉਣ, ਉਹਨਾਂ ਨੂੰ ਹਰ ਤਰ੍ਹਾਂ ਦੀ ਵੰਨਗੀ ਰੱਖੀ ਹੈ। ਜਿਹੜੇ ਬੱਚੇ ਨੂੰ ਜੋ ਪਸੰਦ ਹੈ ਉਹ ਆਪਣਾ ਉਹਦੇ 'ਚ ਪਾਰਟੀਸਪੇਟ ਵੀ ਕਰ ਸਕਦਾ, ਉਹਨੂੰ ਦੇਖ ਵੀ ਸਕਦਾ, ਇੰਜੋਏ ਕਰ ਸਕਦਾ। ਮੈਮ ਜਿਹੜਾ ਪੁਸਤਕ ਮੇਲਾ ਲੱਗ ਰਿਹਾ ਹੈ ਇਹਦੇ ਵਿੱਚ ਕਿਹੜੀ ਕਿਹੜੀ ਕਿਤਾਬਾਂ ਤੁਸੀਂ ਰੱਖ? नमस्कार सर, जैसे कि आप दिल्ली से आए हो, खालसा कॉलेज से, आपको कैसा लगा? जी देखिए, अमृतसर से तो हमारा बहुत पुराना नाता है। हम लोगों ने पहले भी बुक फेयर यहाँ किया हुआ है और हमने कई बार यहाँ पे बुक एग्जीबिशन लगाई है बच्चों के लिए। और कोविड के बाद ये पहला बुक फेयर एनबीटी करने वाला है अमृतसर में। और ख़ास फीचर इसमें ये रहेगा कि पूरे जो है इंडिया से 100 पब्लिशर्स पार्टिसिपेट कर रहे हैं। 100 से ज़्यादा स्टॉल्स लग रही हैं यहाँ पे, अलग अलग विषयों पे किताबें मिलेंगी आपको। और एक अच्छा लोगों के लिए ऑप्शन है कि एक ही छत के नीचे सारी किताबें अवेलेबल हो जाएंगी सबको पढ़ने के लिए। और डिस्काउंट सबको 10% का मिलेगा किताबों के ऊपर। और साथ साथ जो है इसके अलावा कुछ लिटरेरी प्रोग्राम्स और कल्चरल प्रोग्राम भी हम कर रहे हैं साथ में, खालसा कॉलेज के साथ में। इसकी जो है सूची अलग से आपको मिल जाएगी। और हमारे एनबीटी की ओर से यही एक रिक्वेस्ट लोगों को कि वो ज़्यादा लोगों मतलब संख्या में आए और इस बुक फेयर को जो है सक्सेस बनाएं। ज़्यादातर तो आजकल देखते हैं कि बच्चों का रुझान जो है किताबों में कम और नाटक वगैरह में ज़्यादा है, इसके बारे में आप क्या कहना चाहते हैं? देखिए, हमने कोशिश ये की कि हम उसी परंपरा को, पढ़ने की परंपरा को इस तरह से जोड़ना चाहते हैं कि बच्चों को ना उस लिटरेरी प्रोग्राम से या कल्चरल एक्टिविटी से जोड़ दें उस चीज़ों को, ताकि बच्चों को उससे कोरिलेट कर सके। इसलिए कोशिश ये होती है कि किताबों के साथ साथ कुछ और एक्टिविटी प्लान करें बच्चों के लिए, ताकि बच्चों को मज़ा आए उन चीज़ों के लिए और वो इसमें बढ़ चढ़ के जो है उसमें पार्टिसिपेट कर सके। कैमरामैन लवप्रीत सिंह दे नाल मैं अमनदीप सिंह मल्ली, द टाइम टीवी इंडिया, अमृतसर।